मैं शायर रंग रंगीला, मैं पल पल रंग वटावां, जे वटदा रहा तां जीवां, खला तां मर जावां। प्रोफैसर मोहन सिंह सचमुच रंग रंगीला कवि सी, जिसने ना केवल पंजाबी ਸਾਹਿਤ बल्कि ਸਮੁੱਚੇ विश्व ਸਾਹਿਤ ਉੱਪਰ भी ਆਪਣੇ ਰੰਗਾਂ ਦਾ ਚੋਖਾ ਪ੍ਰਭਾਵ ਛੱਡਿਆ ਹੈ। ਇਹੀ ਕਾਰਨ ਹੈ ਕਿ ਅੱਜ ਵੀ ਉਸ ਨੂੰ ਆਧੁਨਿਕ युग ਦੇ ਪੰਜਾਬੀ ਕਵੀਆਂ 'ਚ ਸਿਰਮੌਰ ਮੰਨਿਆ ਜਾਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਦੀ ਮਹਾਨਤਾ ਬਾਰੇ ਆਪਾਂ ਖੁਦ ਵੀ ਚਰਚਾ ਕਰਾਂਗੇ ਤੇ ਨਾਲ-ਨਾਲ ਕੁਝ ਮਹਾਨ ਵਿਚਾਰਕਾਂ, ਸਾਹਿਤ ਰਸੀਆਂ ਤੇ ਖੁਦ ਸਾਹਿਤਕਾਰਾਂ ਤੋਂ ਵੀ ਪੁੱਛਾਂਗੇ ਉਹਨਾਂ ਦੀ ਨਜ਼ਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਦੀ ਕੀ ਖਾਸੀਅਤ ਤੇ ਕੀ ਦੇਣ ਹੈ। ਆਓ ਸ਼ੁਰੂ ਕਰਦੇ ਹਾਂ ਇਹ ਸਿਲਸਿਲਾ। ਪ੍ਰੋਫੈਸਰ ਮੋਹਨ ਸਿੰਘ ਸਾਡੇ ਸਮਿਆਂ ਦੇ ਬਹੁਤ ਸਮਰੱਥ ਲੇਖਕ ਸਨ। ਸ਼ਾਇਰ ਤੋਂ ਵੱਡੇ ਹੈ ਹੀ ਸੀ 20ਵੀਂ ਸਦੀ ਦੇ, ਪਰ ਜਿਸ ਰੂਪ ਦੇ ਵਿੱਚ ਉਹਨਾਂ ਨੇ ਕਹਾਣੀ ਸਿਰਜਣਾ ਤੋਂ ਆਪਣਾ ਸਫ਼ਰ ਆਰੰਭਿਆ, ਨਿੱਕੀ ਨਿੱਕੀ ਵਾਸ਼ਨਾ ਤੋਂ ਅਨੁਵਾਦ ਕੀਤੇ, ਏਸ਼ੀਆ ਦਾ ਚਾਨਣ ਵਰਗੇ ਵੱਡੇ ਅਨੁਵਾਦ, ਜਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਧਾਰਮਿਕ ਪ੍ਰਤਾਪ ਦੀਆਂ ਕੁਝ ਕਵਿਤਾਵਾਂ ਲਿਖੀਆਂ। ਵੈਸੇ ਤਾਂ ਆਰੰਭ ਦੇ ਹੀ ਉਹਨਾਂ ਦਾ ਜਿਹੜਾ ਸਫ਼ਰ ਹੈ ਸ਼ੁਰੂ ਹੀ ਧਾਰਮਿਕ ਕਵਿਤਾ ਤੋਂ ਹੋਇਆ, ਜਦੋਂ ਗੁਰੂ ਕੇ ਬਾਗ ਦੇ ਮੋਰਚੇ ਦਾ ਸੰਬੰਧਿਤ ਦਿੱਤੀ ਸਮੱਸਿਆ ਤੇ ਉਹਨਾਂ ਨੇ ਪਹਿਲੀ ਵਾਰ ਨਜ਼ਮ ਲਿਖੀ, ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ। ਉੱਥੋਂ ਸਫ਼ਰ ਕਰਦੇ ਕਰਦੇ ਚਾਰ ਹੰਝੂ ਤੋਂ ਤੁਰਦੇ ਤੁਰਦੇ ਆਖਰੀ ਸਫ਼ਰ ਬੂਹੇ ਤੱਕ ਦਾ ਉਹਨਾਂ ਦਾ ਜਿਹੜਾ ਸਫ਼ਰ ਆ, ਉਹ ਇੱਕ ਨਿਰੰਤਰਤਾ ਦੇ ਨਾਲ ਨਾਲ ਬਹੁ ਰੰਗਤਾ ਦਾ, ਵੰਨ-ਸੁਵੰਨਤਾ ਦਾ ਸਫ਼ਰ ਵੀ ਹੈ। ਜੇ ਉਹਨਾਂ ਨੇ ਮਮਤਾ ਦੀ ਗੱਲ ਕੀਤੀ ਤਾਂ ਮੇਰਾ ਖਿਆਲ ਹੈ ਕਿ ਮਾਂ ਦੀ ਮਮਤਾ ਬਾਰੇ ਜਾਂ ਮਾਂ ਦੀ ਪਦਵੀ ਬਾਰੇ ਸ਼ਾਇਦ ਇਸ ਤੋਂ ਖੂਬਸੂਰਤ ਨਜ਼ਮ ਅੱਜ ਤੱਕ ਕੋਈ ਲਿਖ ਨਹੀਂ ਸਕਿਆ ਕਿ ਮਾਂ ਵਰਗਾ ਕਣਛਾਵਾਂ ਬੂਟਾ। ਪਰ ਸਾਰੇ ਕੋਟ ਕਰਦੇ ਆ, ਬਾਰ-ਬਾਰ ਕੋਟ ਕਰਦੇ ਆ। ਜੇ ਦਰਦ ਦੀ ਗਾਥਾ ਕਹੀ ਤਾਂ ਚਾਰ ਹੰਝੂ ਕਵਿਤਾ ਦੇ ਵਿੱਚ, ਕਿਤਾਬ ਦੇ ਵਿੱਚ ਜਿਹੜੀ ਪਹਿਲੀ ਬੁਨਿਆਦੀ ਦੀ ਪੁਸਤਕ ਸੀਗੀ, ਉਸ 'ਚ ਜਦੋਂ ਬਸੰਤ ਦੇ ਵਿਛੋੜੇ ਦੀਆਂ ਗੱਲਾਂ ਕਰਦੇ ਨੇ ਤਾਂ ਬਿਰਹਾ ਵੀ ਆਪਣੇ ਸਿਖਰ ਤੇ ਹੈ। ਉਸ ਤੋਂ ਬਾਅਦ 'ਚ ਕੱਚ ਸੱਚ ਦੀਆਂ ਨਜ਼ਮਾਂ ਨੇ, ਆਵਾਜ਼ਾਂ ਦੀਆਂ ਨਜ਼ਮਾਂ, ਵੱਡਾ ਵੇਲਾ, ਉਹ ਸਾਰੀਆਂ, ਜਾਂ ਅਮਨ ਦੇ ਗੀਤ ਨੇ ਜੈ ਮੀਰ ਦੇ ਰੂਪ ਦੇ ਵਿੱਚ, ਉਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਸਾਨੂੰ ਇਹ ਦੱਸਦੀਆਂ ਨੇ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਸਮਰੱਥਾ ਕਿੱਡੀ ਵੱਡੀ ਸੀ। ਔਰ ਜੇ ਸੰਪੂਰਨ ਸ਼ਾਇਰ ਦੇ ਰੂਪ 'ਚ ਕਿਸੇ ਨੂੰ ਮੈਂ ਵੇਖਣਾ ਹੋਵੇ ਜਾਂ ਆਪਣੇ ਸਾਰੀਆਂ ਸ਼ਕਤੀਆਂ ਇਕੱਠੀਆਂ ਕਰਕੇ, ਮਨ ਦੀਆਂ ਬਿਰਤੀਆਂ ਇਕਾਗਰ ਕਰਕੇ ਸੋਚਣਾ ਹੋਵੇ, ਤਾਂ ਮੈਨੂੰ ਕਈ ਥਾਈਂ ਤਾਂ ਉਹ ਸੱਚ ਜਾਣਿਓ 20ਵੀਂ ਸਦੀ ਦਾ ਸਭ ਤੋਂ ਵੱਡਾ ਸਮਰੱਥਾਵਾਨ ਸ਼ਾਇਰ ਇਸ ਕਰਕੇ ਲੱਗਦਾ ਕਿ ਉਸ ਕੋਲ ਆਸਥਾ ਵੀ ਹੈ, ਵਿਵਸਥਾ ਤਬਦੀਲ ਕਰਨ ਦਾ ਸੁਨੇਹਾ ਵੀ ਹੈ, ਆਪਣੇ ਆਤਮ ਚਿੰਤਨ ਦੀ ਸਮਰੱਥਾ ਵੀ ਹੈ। ਹਿਣਕੋ ਘੋੜਿਓ ਬੇਸ਼ੱਕ ਨਵਾਂ ਨਿਜ਼ਾਮ ਆਇਆ, ਨਵਾਂ ਨਿਜ਼ਾਮ ਲੈ ਕੇ ਹੈ ਨਵੀਂ ਲਗਾਮ ਆਇਆ। ਅਯੁੱਧਿਆ ਦੇ ਵਿੱਚ ਅਜੇ ਭੁੱਖਿਆਂ ਦੀ ਭੀੜ ਬੜੀ ਹੈ, ਪਿਆ ਕੀ ਫਰਕ ਜੇ ਰਾਵਣ ਗਿਆ ਤੇ ਰਾਮ ਆਇਆ। ਸਾਡੀ ਪੰਜਾਬੀ ਕਵਿਤਾ ਦੇ ਮਾਣਮੱਤੇ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹਨਾਂ ਸਤਰਾਂ ਤੋਂ ਅਸੀਂ ਉਹਨਾਂ ਦੀ ਰਾਜਨੀਤਿਕ ਸੂਝ ਤੇ ਸਮਝ ਦਾ ਅੰਦਾਜ਼ਾ ਲਗਾ ਸਕਦੇ ਹਾਂ। ਬੱਚਿਓ, ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦਾ ਮੰਨਣਾ ਕਿ ਰਾਜ ਬਦਲਣ ਨਾਲ ਸਾਡੀ ਵਿਵਸਥਾ ਜਾਂ ਸਮਾਜ ਨਹੀਂ ਬਦਲਦਾ। ਉਸ ਸਮਾਜ ਜਾਂ ਵਿਵਸਥਾ ਨੂੰ ਬਦਲਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ, ਆਪਣੀ ਕਿਰਤ ਦੀ ਤਾਕਤ ਸਮਝਣੀ ਪਵੇਗੀ। ਅਸੀਂ ਇੱਕ ਦੂਜੇ ਨਾਲ ਜੁੜ ਕੇ ਹੀ ਸਮਾਜ ਦੇ ਵਿੱਚ ਬਦਲਾਅ ਲਿਆ ਸਕਦੇ ਹਾਂ, ਕ੍ਰਾਂਤੀ ਲਿਆ ਸਕਦੇ ਹਾਂ, ਇਨਕਲਾਬ ਲਿਆ ਸਕਦੇ ਹਾਂ। ਉਹ ਲਿਖਦੇ ਨੇ ਕਿ ਦਾਤੀਆਂ, ਕਲਮਾਂ ਅਤੇ ਹਥੌੜੇ ਇਕੱਠੇ ਕਰ ਲਓ ਯਾਰ, ਤਗੜੀ ਇੱਕ ਤਰਸ਼ੂਲ ਬਣਾਓ, ਯੁੱਧ ਕਰੋ ਪ੍ਰਚੰਡੋ ਯਾਰ, ਜੈ ਜੈਕਾਰ ਕਿਰਤ ਦੀ ਹੋਵੇ, ਜ਼ੁਲਮ ਦੀ ਲੱਗੇ ਕਾਂਡੋ ਯਾਰ। ਸੋ ਇਸ ਤਰੀਕੇ ਨਾਲ ਪ੍ਰੋਫੈਸਰ ਮੋਹਨ ਸਿੰਘ ਹੋਰੀ ਆਪਣੀ ਕਵਿਤਾ ਨਾਲ ਇਸ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਪ੍ਰੋਫੈਸਰ ਮੋਹਨ ਸਿੰਘ ਹੁਣੇ 1935 ਵਿੱਚ ਜਦੋਂ ਪੂਰੀ ਦੁਨੀਆ ਦੇ ਵਿੱਚ ਇਹ ਲਹਿਰ ਚੱਲੀ ਕਿ ਜਿਹੜਾ ਸਾਡਾ ਸਾਹਿਤ ਹੈ ਉਹ ਸਮਾਜ ਦੇ ਵਿੱਚ ਬਦਲਾਅ ਲਿਆਉਣ ਵਾਲਾ ਹੋਣਾ ਚਾਹੀਦਾ, ਉਹਨਾਂ ਵੇਲਿਆਂ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੁਣੀ ਭਾਵੇਂ ਵਰਮਾਸਵਾਦੀ ਕਵਿਤਾ ਲਿਖਦੇ ਸਨ, ਕੁਦਰਤ ਦੇ ਪਿਆਰ ਦੀ, ਮੁਹੱਬਤ ਦੀ ਗੱਲ ਕਰਦੇ ਸਨ, ਪਰ ਜਲਦੀ ਹੀ ਉਹਨਾਂ ਨੇ ਆਪਣੀ ਕਵਿਤਾ ਨੂੰ ਸਮਾਜ ਨੂੰ ਬਦਲਣ ਦੇ ਰਾਹ ਵਾਲੇ, ਉਸ ਤਰ੍ਹਾਂ ਦੀ ਕਵਿਤਾ ਲਿਖਣ ਵਾਲੇ ਰਾਹ ਪਾਇਆ। ਮੇਰਾ ਮਤਲਬ ਪ੍ਰਗਤੀਵਾਦੀ ਕਵਿਤਾ ਲਿਖਣ ਵੱਲ ਪ੍ਰੋਫੈਸਰ ਮੋਹਨ ਸਿੰਘ ਹੁਣੀ ਮੁੜੇ।
ਪ੍ਰੋਫੈਸਰ ਮੋਹਨ ਸਿੰਘ ਹੁਣੀ ਇੱਕ ਪੰਜਾਬੀ ਦੇ ਬਹੁਤ ਹੀ ਕਮਾਲ ਦੇ ਸ਼ਾਇਰ ਹੋਏ ਨੇ ਔਰ ਉਹਨਾਂ ਦੀ ਜਿਹੜੀ ਕਵਿਤਾ ਬਿਲਕੁਲ ਹੀ ਜਦੋਂ ਉਹ ਕਵਿਤਾ ਦੇ ਖੇਤਰ ਵਿੱਚ ਆਉਂਦੇ ਨੇ ਬਿਲਕੁਲ ਹੀ ਨਵੇਂ ਜ਼ਾਮੀਆਂ ਤੋਂ ਨਵੇਂ ਢੰਗ ਦੀ ਕਵਿਤਾ ਲਿਖਦੇ ਨੇ। ਵਰਤਮਾਨ ਸਮੇਂ ਦੇ ਵਿੱਚ ਜੋ ਮਨੁੱਖ ਦੀਆਂ ਲੋੜਾਂ ਨੇ ਜਾਂ ਜਿਸ ਤਰ੍ਹਾਂ ਦੇ ਮਨੁੱਖ ਸਾਹਿਤਕ ਸੋਹਜ ਜਾਂ ਤ੍ਰਿਪਤੀ ਚਾਹੁੰਦਾ ਬਿਲਕੁਲ ਉਸੇ ਤਰ੍ਹਾਂ ਦੀ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਹੁਣੀ ਲੈ ਕੇ ਆਉਂਦੇ ਆ। ਉਹਨਾਂ ਦੀ ਭਾਵੇਂ ਅਸੀਂ ਭਾਈ ਵੀਰ ਸਿੰਘ ਹੁਣਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਮੰਨਦੇ ਹਾਂ, ਪਰ ਭਾਈ ਵੀਰ ਸਿੰਘ ਹੁਣਾਂ ਦੀ ਕਵਿਤਾ ਦੇ ਵਿੱਚ ਵੀ ਮੱਧਕਾਲ ਦਾ ਜਿਹੜਾ ਚਿੰਤਨ ਸੀ ਉਹ ਫਿਲਾਸਫੀ ਸੀ ਜਾਂ ਵਿਚਾਰਧਾਰਾ ਸੀ। ਪਰੰਤੂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦੀ ਕਵਿਤਾ ਲਿਖਣ ਪੱਖੋਂ ਵੀ ਸੱਜਰੀ ਸੀ ਔਰ ਉਹਦੇ ਜਿਹੜੀ ਫਿਲਾਸਫੀ ਸੀ, ਜਿਹੜਾ ਚਿੰਤਨ ਸੀ, ਜਿਹੜੀ ਵਿਚਾਰਧਾਰਾ ਸੀ, ਉਹ ਵੀ ਉਸ ਸਮਿਆਂ ਦੇ ਹਾਣ ਦੀ ਸੀ। ਇਸ ਕਰਕੇ ਲੰਮਾ ਸਮਾਂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੇ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ, ਉਹਨਾਂ ਦੀ ਅਗਵਾਈ ਕੀਤੀ, ਪ੍ਰਗਤੀਵਾਦੀ ਕਵਿਤਾ ਲਿਖੀ ਜਿਹਦੇ ਸਮਾਜ ਦੇ ਵਿਕਾਸ ਦੀ ਗੱਲ ਹੈ। ਔਰ ਸਾਡੇ ਲਈ ਇਹ ਕਮਾਲ ਦੀ ਗੱਲ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਮੋਹਨ ਸਿੰਘ ਮੇਲਾ ਫਾਊਂਡੇਸ਼ਨ ਵੱਲੋਂ ਲਗਾਇਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦੀ ਜਿਹੜੀ ਕਵਿਤਾ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਹੀ ਕਮਾਲ ਦੀ ਕਵਿਤਾ ਹੈ। ਸੋ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨਾਲ ਸਾਂਝ ਪਾਉਣੀ, ਉਹਨਾਂ ਦੇ ਜੀਵਨ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਨਾ। ਪ੍ਰੋਫੈਸਰ ਮੋਹਨ ਸਿੰਘ ਸਾਡੀ ਪੰਜਾਬੀ ਕਵਿਤਾ ਦਾ ਇੱਕ ਮਾਣ ਹੈ। ਇਹਨਾਂ ਸ਼ਬਦਾਂ ਨਾਲ ਮੈਂ ਉਹਨਾਂ ਨੂੰ ਸਲਾਮ ਕਰਦਾ। ਜਦੋਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਪੜ੍ਹਦੇ ਹਾਂ ਬਸੰਤ, ਜਿਸ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ: ਮੋਹਨ ਕਿੰਜ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ, ਤਾਂ ਸਾਡਾ ਮਨ ਕਰ ਆਉਂਦਾ ਹੈ ਉਸ ਦੇ ਜੀਵਨ ਬਾਰੇ ਜਾਣਨ ਲਈ ਕਿ ਕੌਣ ਹੈ ਉਸ ਦੀ ਰਚਨਾ ਦੇ ਪਿੱਛੇ ਪ੍ਰੇਰਨਾ ਸਰੋਤ। ਤਦ ਪਤਾ ਲੱਗਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਜੀਵਨ ਕਾਲ 1905 ਤੋਂ 1978 ਈਸਵੀ ਦਰਮਿਆਨ ਰਿਹਾ। ਰਾਵਲਪਿੰਡੀ ਦੇ ਧਮਿਆਲ ਪਿੰਡ ਵਿੱਚ ਜਨਮੇ ਪ੍ਰੋਫੈਸਰ ਮੋਹਨ ਸਿੰਘ ਨੇ MA MOL ਤੱਕ ਵਿੱਦਿਆ ਹਾਸਲ ਕੀਤੀ। ਆਪਣੇ ਪਿਤਾ ਡਾਕਟਰ ਜੋਧ ਸਿੰਘ ਦਾ ਮਾਣ ਵਧਾਇਆ, ਉਸ ਪਿੱਛੋਂ ਅਧਿਆਪਨ ਕਾਰਜ ਵੀ ਕੀਤਾ। ਪੰਜ ਦਰਿਆ ਦਾ ਮਾਸਿਕ ਪੱਤਰ ਵੀ ਕੱਢਿਆ ਅਤੇ ਉਸ ਪਿੱਛੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਪ੍ਰੋਫੈਸਰ ਐਮੈਰੀਟਸ ਇਸ ਉੱਚੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਪ੍ਰੋਫੈਸਰ ਮੋਹਨ ਸਿੰਘ ਦੀ ਨਿੱਜੀ ਜ਼ਿੰਦਗੀ ਵਿੱਚ ਅਜਿਹਾ ਦੁੱਖ ਆਇਆ ਜਦੋਂ ਉਸ ਦੀ ਪਤਨੀ ਬਸੰਤ ਦੀ ਮੌਤ ਹੋ ਗਈ। ਉਸ ਤੋਂ ਬਾਅਦ ਭਾਵੇਂ ਉਸਨੇ ਦੂਸਰਾ ਵਿਆਹ ਤਾਂ ਕਰਵਾ ਲਿਆ, ਪਰ ਉਸ ਦੇ ਮਨ ਵਿੱਚ ਬਸੰਤ ਦੀ ਯਾਦ ਅਤੇ ਕੁਝ ਪਛਤਾਵੇ ਇਸ ਤਰ੍ਹਾਂ ਰਹਿ ਗਏ ਜਿਨ੍ਹਾਂ ਸਦਕਾ ਉਹ ਪੰਜਾਬੀ ਦਾ ਬਿਹਤਰੀਨ ਸ਼ਾਇਰ ਹੋ ਨਿਬੜਿਆ। ਇਸ ਦੁੱਖ ਦੇ ਵਿੱਚ ਰਚਨਾਵਾਂ ਦੀ ਅਜਿਹੀ ਲੜੀ ਸ਼ੁਰੂ ਹੋਈ ਕਿ ਪੰਜਾਬੀ ਸਾਹਿਤ ਨੂੰ ਇੱਕ ਭਰ ਵਗਦਾ ਦਰਿਆ ਮਿਲਿਆ ਪ੍ਰੋਫੈਸਰ ਮੋਹਨ ਸਿੰਘ ਦੇ ਰੂਪ ਵਿੱਚ। ਹੁਣ ਝਾਤੀ ਮਾਰਦੇ ਹਾਂ ਉਹਨਾਂ ਦੇ ਸਾਹਿਤਕ ਕਾਰਜ ਖੇਤਰ ਵੱਲ, ਜਿਸ ਵਿੱਚ ਭਾਵੇਂ ਉਹਨਾਂ ਨੇ ਬਹੁਤ ਤਰ੍ਹਾਂ ਦੀਆਂ ਬੜੀਆਂ ਹੀ ਰਚਨਾਵਾਂ ਲਿਖੀਆਂ। ਨਿੱਕੀ ਨਿੱਕੀ ਵਾਸ਼ਨਾ ਕਹਾਣੀ ਸੰਗ੍ਰਹਿ ਵੀ ਸਾਡੇ ਸਾਹਮਣੇ ਆਉਂਦਾ ਹੈ। ਅਨੁਵਾਦ ਕਾਰਜ ਏਸ਼ੀਆ ਦਾ ਚਾਨਣ ਵੀ ਸਾਡੇ ਦ੍ਰਿਸ਼ਟੀਗੋਚਰ ਹੁੰਦਾ ਹੈ, ਪਰ ਅਸੀਂ ਮੁੱਖ ਤੌਰ 'ਤੇ ਉਹਨਾਂ ਨੂੰ ਇੱਕ ਕਵੀ ਵਜੋਂ ਹੀ ਇੱਥੇ ਵੇਖਾਂਗੇ। ਜਿਵੇਂ ਪ੍ਰੋਫੈਸਰ ਨਰਿੰਜਨ ਤਸਨੀਮ ਨੇ ਆਖਿਆ ਸੀ, ਲਾਈਕ ਵਾਰਸ ਸ਼ਾਹ, ਪ੍ਰੋਫੈਸਰ ਮੋਹਨ ਸਿੰਘ ਇਜ਼ ਪ੍ਰਾਈਮਰੀਲੀ ਅ ਪੋਇਟ ਆਫ ਲਵ। ਸੋ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਕਵਿਤਾ ਦੀਆਂ ਕਿਤਾਬਾਂ ਵੱਲ ਅਗਰ ਝਾਤੀ ਮਾਰੀਏ ਤਾਂ ਗਿਣਾਤਮਕ ਪੱਖੋਂ ਵੀ ਅਤੇ ਗੁਣਾਤਮਕ ਪੱਖੋਂ ਵੀ ਬਹੁਤ ਹੀ ਅਮੀਰ ਸੌਗਾਤ ਪੰਜਾਬੀ ਸਾਹਿਤ ਦੀ ਝੋਲੀ ਪਾਈ ਹੈ। ਸਾਡਾ ਗੁਰੂ ਅਤੇ ਗੁਰੂ ਕਾ ਬਾਗ ਸਾਡਾ ਤੋਂ ਸ਼ੁਰੂ ਹੋ ਕੇ ਬਸੰਤ ਦੀ ਯਾਦ ਵਿੱਚ ਕੇਰੇ ਚਾਰ ਹੰਝੂ ਉਹਨਾਂ ਦੀ ਕਵਿਤਾ ਦੀ ਨਿਸ਼ਾਨਦੇਹੀ ਕਰਦੇ ਹਨ। ਉਸ ਪਿੱਛੋਂ ਸਾਵੇ ਪੱਤਰ, ਕਸੁੰਬੜਾ, ਕੱਚ ਸੱਚ, ਅਧਵਾਟੇ, ਆਵਾਜ਼ਾਂ, ਵੱਡਾ ਵੇੜਾ, ਜੰਦਰੇ, ਜੈਮੀਰ, ਬੂਹੇ ਆਦਿ ਅਨੇਕਾਂ ਹੀ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦਾ ਮਾਣ ਹੋ ਨਿਬੜੇ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਅਨੇਕਾਂ ਹੀ ਮਾਣ ਸਨਮਾਨਾਂ ਨਾਲ ਲਬਰੇਜ਼ ਪ੍ਰੋਫੈਸਰ ਮੋਹਨ ਸਿੰਘ ਦਾ ਕਾਵਿ ਸਫ਼ਰ। ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਸਾਹਿਤਕ ਯੋਗਦਾਨ ਦੀ, ਜਿਸ ਦੇ ਦੋ ਹਿੱਸਿਆਂ 'ਚ ਵੰਡ ਕੇ ਆਪਾਂ ਇਸ ਨੂੰ ਵਾਚ ਸਕਦੇ ਹਾਂ। ਪਹਿਲਾ ਭਾਗ ਹੈ
ਵਿਸ਼ੇ ਪੱਖੋਂ ਯੋਗਦਾਨ ਭਾਵ ਕਿਹੋ ਜਿਹੇ ਵਿਸ਼ੇ ਜਾਂ ਵਿਚਾਰ ਪੇਸ਼ ਕੀਤੇ ਹਨ, ਸੌਖੇ ਸ਼ਬਦਾਂ 'ਚ ਕੀ ਕਿਹਾ ਗਿਆ। ਤੇ ਦੂਸਰਾ ਭਾਗ ਹੈ ਰੂਪਕ ਪੱਖੋਂ ਯੋਗਦਾਨ ਜਾਂ ਕਲਾਤਮਕ ਪੱਖੋਂ ਯੋਗਦਾਨ ਭਾਵ ਕਿਸ ਢੰਗ ਨਾਲ ਵਿਚਾਰ ਪੇਸ਼ ਕੀਤੇ ਆ, ਭਾਵ ਕਿਵੇਂ ਪੇਸ਼ ਕੀਤੇ ਆ, ਕਿਵੇਂ ਕਿਹਾ ਗਿਆ। ਸੋ ਸਭ ਤੋਂ ਪਹਿਲਾਂ ਵਿਸ਼ੇ ਦੀ ਗੱਲ ਕਰਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੇ ਵਿੱਚ ਪ੍ਰਮੁੱਖ ਵਿਸ਼ੇ ਬਣੇ ਹਨ ਰੋਮਾਂਸਵਾਦ, ਪ੍ਰਗਤੀਵਾਦ, ਦੇਸ਼ ਪਿਆਰ, ਪ੍ਰਕਿਰਤੀ ਚਿਤਰਣ, ਸਮਾਜਿਕ ਚਿਤਰਣ, ਸੱਭਿਆਚਾਰਕ ਵਰਣਨ। ਸੌਖੇ ਸ਼ਬਦਾਂ 'ਚ ਗੱਲ ਕਰੀਏ, ਕਿਤੇ ਪਿਆਰ ਮੁਹੱਬਤ ਦਾ ਰੋਮਾਂਸਵਾਦੀ ਰੰਗ ਹੈ, ਕਿਤੇ ਉੱਨਤੀ ਤਰੱਕੀ ਦਾ ਪ੍ਰਗਤੀਵਾਦੀ ਰੰਗ ਆ, ਦੇਸ਼ ਪਿਆਰ ਦਾ ਜਜ਼ਬਾ, ਕਿਤੇ ਕੁਦਰਤ ਦਾ ਵਰਣਨ ਕੀਤਾ, ਕਿਤੇ ਸਮਾਜ ਦੀ ਦਸ਼ਾ ਪੇਸ਼ ਕੀਤੀ ਆ, ਅਤੇ ਕਿਤੇ ਸਾਡੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਹੈ। ਆਓ ਹੁਣ ਆਪਾਂ ਇੱਕ ਇੱਕ ਨੁਕਤੇ ਨੂੰ ਲੈ ਕੇ ਵਾਚਦੇ ਹਾਂ, ਉਹਨਾਂ ਦੀ ਰਚਨਾ ਨੂੰ ਪਰਖਦੇ ਹਾਂ। ਸਭ ਤੋਂ ਉਘੜਵਾਂ ਵਿਸ਼ਾ ਰੋਮਾਂਸਵਾਦ ਦਾ ਆਉਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ 'ਚੋਂ ਰੋਮਾਂਸਵਾਦ ਲੱਭਣਾ ਹੋਵੇ ਤਾਂ ਕਿਸੇ ਪਿਆਰ ਮੁਹੱਬਤ, ਸੰਸਾਰਕ ਪਿਆਰ, ਹੁਸਨ ਸੁੰਦਰਤਾ ਦਾ ਵਰਣਨ, ਬੀਤੇ ਸਮੇਂ ਨਾਲ ਮੋਹ, ਕਿਤੋਂ ਉਦਾਸੀ ਦੀ ਝਲਕ ਤੇ ਪ੍ਰਕਿਰਤੀ ਦਾ ਚਿਤਰਣ ਸੌਖਿਆ ਹੀ ਲੱਭ ਜਾਂਦਾ ਹੈ। ਉਦਾਹਰਨ ਵਜੋਂ, ਮੇਰਾ ਇਸ਼ਕ ਅਮਾਨ ਸੀ ਕੋਲ ਤੇਰੇ, ਤੂੰ ਵੀ ਵੰਝ ਦਿੱਤਾ ਕਿਸੇ ਹੋਰ ਤਾਈਂ, ਰੱਬ ਸਾਰੇ ਗੁਨਾਹੀਆਂ ਨੂੰ ਬਖਸ਼ ਦਿੰਦਾ ਪਰ ਨਾ ਬਖਸ਼ਦਾ ਇਸ਼ਕ ਦੇ ਚੋਰ ਤਾਈਂ। ਹੋਰ ਨਮੂਨਾ ਵੇਖੋ, ਚੜ੍ਹ ਮੇਘਲੇ ਦੀ ਘੋੜੀ ਤੇ ਕਣੀਆਂ ਦੀ ਜੋੜ ਜੰਝ, ਧਰਤੀ ਨੂੰ ਵਰਨ ਆ ਗਿਆ ਸਾਵਣ ਸੁਹਾਵਣਾ, ਕਣੀਆਂ ਦੇ ਨਾਲ ਮਣੀਆਂ ਨੇ ਬੁੱਕ ਫੁੱਲਾਂ ਦੇ ਭਰੇ, ਅੱਜ ਵੀ ਨਾ ਆਇਓ ਜ਼ਾਲਮਾ ਫਿਰ ਕਦ ਹੀ ਆਵਣਾ, ਆਵੇ ਤੇ ਆਉਣ ਸਾਰ ਹੀ ਗੱਲ ਜਾਣਦੀ ਕਰੇ, ਆਖਰ ਉਹਨਾਂ ਦੀ ਯਾਦ ਨੇ ਉਹਨਾਂ 'ਤੇ ਜਾਵਣਾ। ਅੱਗੋਂ ਗੱਲ ਕਰਦੇ ਹਾਂ ਪ੍ਰਗਤੀਵਾਦ ਦੀ। ਪ੍ਰਗਤੀਵਾਦ ਦਾ ਅਰਥ ਹੈ ਸਮਾਜਵਾਦ ਭਾਵ ਵਰਗ ਰਹਿਤ ਸਮਾਜ ਦੀ ਗੱਲ ਕਰਨੀ, ਜਿਸ ਵਿੱਚ ਨਾ ਅਮੀਰ ਵਰਗ ਹੋਵੇ ਤੇ ਨਾ ਗਰੀਬ ਵਰਗ, ਸਾਰੇ ਲੋਕ ਬਰਾਬਰ ਹੋਣ, ਸਮਾਨ। ਇਸ ਤੋਂ ਇਲਾਵਾ ਤਰੱਕੀ ਦੀ ਆਸ਼ਾਵਾਦੀ ਗੱਲ ਕੀਤੀ ਆ। ਦੱਬੇ ਕੁਚਲੇ ਵਰਗ, ਚਾਹੇ ਉਹ ਮਜ਼ਦੂਰ ਨੇ, ਕਿਰਤੀ ਕਾਮੇ ਆ, ਚਾਹੇ ਔਰਤ ਹੈ, ਉਹਨਾਂ ਨੂੰ ਉਤਸ਼ਾਹ ਦਿੱਤਾ ਗਿਆ। ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ 'ਚ ਰੰਗ ਵੇਖੋ, ਉਹ ਆਪਣੇ ਦਰਦ ਨੂੰ ਹੌਲੀ ਹੌਲੀ ਲੋਕਾਂ ਦੇ ਦਰਦ ਵਿੱਚ ਰਲਾ ਕੇ ਉਸ ਨੂੰ ਵੱਧ ਮਹੱਤਤਾ ਦਿੰਦੇ ਹਨ। ਪੈ ਕੁਠਾਲੀ ਇਸ਼ਕ ਵਾਲੀ ਤੜਪ ਬਦਲੀ ਵੇਗ ਵਿੱਚ, ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਗਮ, ਲੋਕਾਂ ਦਾ ਗਮ। ਅੱਗੇ ਵੇਖੋ, ਤਦ ਕਿਰਤੀ ਤੇ ਕਿਰਸਾਨ ਉੱਠੇ, ਕਾਲੀ ਤੇ ਬੋਲੀ ਰਾਤ ਮੁੱਕੀ, ਗੱਲ ਗਈ ਮੰਨੀ ਜੀ ਲੋਕਾਂ ਦੀ ਤੇ ਸਾਮਰਾਜ ਦੀ ਬਾਤ ਮੁੱਕੀ। ਸੋ ਸਾਮਰਾਜ ਨੂੰ ਮਿਟਾ ਕੇ ਸਮਾਜਵਾਦ ਲਿਆਉਣਾ ਚਾਹੁੰਦੇ ਨੇ। ਤੇ ਮਿਹਨਤਕਸ਼ ਮਜ਼ਦੂਰਾਂ ਦਾ ਦੁੱਖ ਕਿੰਨਾ ਸੋਹਣਾ ਪੇਸ਼ ਕੀਤਾ ਹੈ। ਵੇਖੋ, ਰੋਈਆਂ ਵਿੱਚ ਅਸੀਂ ਨਿੰਮੀਏ ਜੰਮੀਏ, ਦਾਸ ਤੇਰਾ ਸਾਡਾ ਨੱਡੜਾ ਵੇਹੋ, ਜੰਮਦਿਆਂ ਹੀ ਚਾ ਮਰਨ ਅਸਾਡੇ, ਇੱਕ ਵੀ ਨਾ ਹੋਵੇ ਵੱਡੜਾ ਵੇਹੋ। ਪ੍ਰਕਿਰਤੀ ਚਿਤਰਣ ਵੇਖੀਏ ਤਾਂ ਇੱਕ ਬੂਟਾ ਅੰਬੀ ਦਾ ਕਵਿਤਾ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ। ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨੀ, ਕੀ ਉਸ ਦਾ ਕਹਿਣਾ ਨੀ, ਵੇੜੇ ਦਾ ਗਹਿਣਾ ਨੀ, ਉਸ ਛਾਵੇਂ ਬਹਿਣਾ ਨੀ, ਉਸ ਛਾਵੇਂ ਬਹਿਣਾ ਨੀ, ਸੁਰਗਾਂ ਦਾ ਰਹਿਣਾ ਨੀ। ਸਮਾਜਿਕ ਚਿਤਰਣ ਦੀ ਗੱਲ ਦੇਖਦੇ ਹਾਂ ਤਾਂ ਸਮਾਜ ਦੇ ਬਾਰੇ ਬੜਾ ਕੁਝ ਪਤਾ ਲੱਗਦਾ ਹੈ। ਕਿਹੋ ਜਿਹਾ ਸਾਡਾ ਸਮਾਜ ਹੈ, ਕੀ ਇੱਥੇ ਸਮੱਸਿਆਵਾਂ ਨੇ, ਵਿਵਸਥਾਵਾਂ ਨੇ। ਕਵੀ ਜਦੋਂ ਕਹਿੰਦਾ ਝੱਟ ਅਮਨ ਦੇ ਝੰਡੇ ਹੇਠ ਜੁੜੋ, ਨਹੀਂ ਬਚਣਾ ਇਹ ਸੰਸਾਰ ਨਹੀਂ। ਕਦੇ ਉਸ ਨੂੰ ਵਿੱਦਿਆ ਬਾਰੇ ਲੱਗਦਾ ਕਿ ਮੈਂ ਇਹ ਕਹਾਂ, ਪੜ੍ਹ ਪੜ੍ਹ ਪੁਸਤਕ ਢੇਰ ਕੁੜੇ, ਮੇਰਾ ਵੱਧਦਾ ਜਾਏ ਹਨੇਰ ਕੁੜੇ। ਅੱਗੇ ਹੈ ਜੀ ਸੱਭਿਆਚਾਰਕ ਵਰਣਨ, ਭਾਵ ਇਹ ਕਿ ਸਾਡੇ ਆਲੇ ਦੁਆਲੇ ਦੇ ਸਾਡੇ ਪੰਜਾਬੀ ਸੱਭਿਆਚਾਰ ਜਾਂ ਭਾਰਤੀ ਸੱਭਿਆਚਾਰ ਨੂੰ ਇੰਨੀ ਬਾਖੂਬੀ ਪੇਸ਼ ਕੀਤਾ ਗਿਆ ਉਹਨਾਂ ਰਚਨਾਵਾਂ ਦੇ ਵਿੱਚ, ਜਿਵੇਂ ਚਿੱਟੇ ਚਾਨਣ ਦਾ ਦੁੱਧ ਡੁੱਲਿਆ ਤੇ ਮਟਕੀ ਭੱਜੀ ਹਨੇਰੇ ਦੀ, ਛੱਡ ਰਾਤਾਂ ਦੀਆਂ ਹਕਾਇਤਾਂ ਨੂੰ, ਕੋਈ ਗੱਲ ਕਰ ਨਵੇਂ ਸਵੇਰੇ ਦੀ। ਇੱਥੇ ਬਸ ਨਹੀਂ, ਪੰਜਾਬੀ ਸੱਭਿਆਚਾਰ ਦੇ ਪੂਰੇ ਰਿਸ਼ਤਾ ਨਾਤਾ ਦਾ ਜਿਹੜਾ ਪੂਰਾ ਇਹ ਪ੍ਰਬੰਧ ਹੈ, ਸਿਸਟਮ ਹੈ, ਪ੍ਰਣਾਲੀ ਆ, ਏਕਤਾ, ਉਸ ਨੂੰ ਪੇਸ਼ ਕੀਤਾ ਕਿ ਇਕੱਠਾ ਚੁੱਲ੍ਹਾ ਬਲਦੀ ਅੱਗ ਕੀ ਕੀ ਸੰਦੇਸ਼ ਦਿੰਦੀ ਹੈ। ਵਾਹ ਰਲ ਵਸਣਾ ਪੰਜਾਬੀਆਂ ਦਾ,
ਵਾ ਝਗੜਾ ਦਿਓਰਾਂ ਭਾਬੀਆਂ ਦਾ, ਜਦ ਚੁੱਲ੍ਹੇ ਹੀ ਵੱਖਰੇ ਹੋ ਜਾਵਣ, ਉਹ ਬਾਤ ਨਾ ਰਹਿੰਦੀ ਵਿਹੜੇ ਦੀ। ਆਓ ਬੱਚਿਓ, ਹੁਣ ਆਪਾਂ ਗੱਲ ਕਰਦੇ ਹਾਂ ਰੂਪਕ ਜਾਂ ਕਲਾਤਮਕ ਪੱਖ ਦੀ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਜੇ ਰੂਪਕ ਪੱਖੋਂ ਪਰਖੀਏ, ਇਸ ਦੀਆਂ ਸ਼ੈਲੀਆਂ ਦਾ ਅਧਿਐਨ ਕਰੀਏ ਤਾਂ ਬਹੁਤ ਹੀ ਸੁੰਦਰ ਬਾਕਮਾਲ ਕਵਿਤਾ ਹੋ ਨਿਬੜਦੀ ਹੈ। ਇਸ ਵਿੱਚ ਬੜੀ ਰਵਾਨੀ ਆ, ਸਰੋਦੀਪਣ ਹੈ, ਮਤਲਬ ਇਸ ਨੂੰ ਗਾਇਆ ਵੀ ਜਾਂਦਾ, ਇਸ ਨੂੰ ਮਾਣਿਆ ਜਾਂਦਾ। ਇਸ ਦਾ ਆਪਣਾ ਇੱਕ ਵਹਾਅ, ਆਪਣੀ ਚਾਲ ਹੈ ਅਤੇ ਵੱਖਰੀ ਹੀ ਪਛਾਣੀ ਜਾਂਦੀ ਆ ਅਲੰਕਾਰ, ਰਸ, ਬਿੰਬ ਅਤੇ ਖ਼ਾਸ ਕਰਕੇ ਆਪਣੇ ਪ੍ਰਤੀਕਾਂ, ਬੋਲੀ ਅਤੇ ਸ਼ੈਲੀ ਦੇ ਆਧਾਰ 'ਤੇ। ਹੁਣ ਆਪਾਂ ਇੱਕ ਇੱਕ ਨੁਕਤਾ ਲੈ ਕੇ ਉਸ 'ਤੇ ਵਿਚਾਰ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਬੋਲੀ ਦੀ। ਤਾਂ ਸ਼ਬਦਾਂ ਦੀ ਚੋਣ ਕਿਸ ਤਰ੍ਹਾਂ ਦੀ ਕੀਤੀ ਗਈ ਆ? ਕੋਈ ਮੁਹਾਵਰੇਦਾਰ ਬੋਲੀ ਵਰਤੀ ਆ? ਬੋਲੀ 'ਚ ਸ਼ਬਦ ਕੀ ਟਕਸਾਲੀ ਪੰਜਾਬੀ ਦੇ ਨੇ ਜਾਂ ਹੋਰ ਉਪ ਬੋਲੀਆਂ 'ਚੋਂ ਲਏ ਨੇ? ਇਹਨਾਂ ਸਭ ਨੂੰ ਜੇ ਵੇਖੀਏ ਤਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਪੋਠੋਹਾਰੀ ਦਾ ਬਹੁਤ ਪ੍ਰਭਾਵ ਹੈ। ਇਸ ਤੋਂ ਇਲਾਵਾ ਅਰਬੀ, ਫਾਰਸੀ, ਉਰਦੂ ਦੇ ਸ਼ਬਦ ਵੀ ਇੰਨੀ ਚੰਗੀ ਤਰ੍ਹਾਂ ਰਲਗੱਡ ਹੋਏ ਪਏ ਨੇ ਕਿ ਉਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਉਹ ਸਾਰੇ ਰਲ ਮਿਲ ਕੇ ਜਿਵੇਂ ਪੂਰੇ ਭਾਰਤ ਦੀ ਏਕਤਾ ਨਜ਼ਰ ਆਉਂਦੀ ਹੈ, ਉਸੇ ਤਰ੍ਹਾਂ ਹੀ ਇਹ ਸਾਰੇ ਸ਼ਬਦ ਨਜ਼ਰ ਆਉਂਦੇ ਨੇ। ਜਿਵੇਂ ਆਓ ਹਿੰਦੀਓ ਰਲ ਛੋਈਏ, ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ। ਜਾਂ ਫਿਰ ਇੱਕ ਹੋਰ ਉਦਾਹਰਨ ਵੇਖੋ, ਇਹ ਗੀਤ ਨਾ ਕਿਸੇ ਸ਼ਹਿਜ਼ਾਦੀ ਦੇ, ਨਾ ਹੁਸਨ ਇਸ਼ਕ ਦੀ ਵਾਦੀ ਦੇ, ਇਹ ਤਾਂ ਨਗਮੇ ਰੂਹ ਫਰਿਆਦੀ ਦੇ, ਦਿਲ ਵਾਲਿਆਂ ਨੂੰ ਤੜਪਾਉਣ ਗੀਤ। ਅਗਲਾ ਨੁਕਤਾ ਹੈ ਸ਼ੈਲੀ। ਸਟਾਈਲ ਇਜ਼ ਦਾ ਮੈਨ। ਕਿਹਾ ਜਾਂਦਾ ਹੈ ਕਿ ਸ਼ੈਲੀ ਹੀ ਮਨੁੱਖ ਹੈ, ਸ਼ੈਲੀ ਜਾਂ ਅੰਦਾਜ਼। ਸੋ ਕਵੀ ਦਾ ਆਪਣੀ ਕਵਿਤਾ 'ਚ ਵਿਚਾਰ ਪੇਸ਼ ਕਰਨ ਦਾ ਅੰਦਾਜ਼ ਕੀ ਹੈ, ਭਾਵਨਾਵਾਂ ਨੂੰ ਪੇਸ਼ ਕਰਨ ਦਾ ਢੰਗ ਤਰੀਕਾ ਕੀ ਹੈ, ਉਹ ਸ਼ੈਲੀ ਹੈ। ਕਿਤੇ ਇੰਜ ਲੱਗਦਾ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਸਾਹਮਣੇ ਵਾਲੇ ਨੂੰ ਹਾਕ ਮਾਰ ਕੇ ਸੰਬੋਧਨ ਕਰਕੇ ਗੱਲ ਕੀਤੀ ਹੋਵੇ, ਉੱਥੇ ਸੰਬੋਧਨੀ ਸ਼ੈਲੀ ਆ। ਕਿਤੇ ਨਾਟਕ ਦੀ ਤਰ੍ਹਾਂ ਸੰਵਾਦ ਚੱਲਦੇ ਆ, ਡਾਇਲੋਗ ਚੱਲਦੇ ਨੇ, ਉੱਥੇ ਨਾਟਕੀ ਸ਼ੈਲੀ ਆ। ਸੋ ਵੱਖ-ਵੱਖ ਸ਼ੈਲੀਆਂ ਵਰਤੀਆਂ ਗਈਆਂ ਨੇ। ਕਿਤੇ ਕਥਾਤਮਕ ਆ, ਕੁਝ ਕਾਵ ਕਹਾਣੀਆਂ ਵੀ ਹੈਗੀਆਂ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ। ਸੋ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦੀ ਹਾਂ ਸੰਬੋਧਨੀ ਸ਼ੈਲੀ ਦੀ। ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਨੇ ਲੱਦੀਏ ਪਰੀਏ, ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਹੋਰ ਨਮੂਨਾ ਦੇਖੋ, ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ, ਲੱਭੇਗੀ ਫਿਰ ਸੋਹਣਿਆ ਕਿੱਲੀ ਦਾ ਬੂਹਾ। ਸੋ ਜਿਹੋ ਜਿਹੇ ਪਾਤਰ ਨੇ ਉਸ ਤਰ੍ਹਾਂ ਦੀ ਹੀ ਬੋਲੀ ਹੋ ਜਾਂਦੀ ਹੈ। ਹੁਣ ਇੱਕ ਫੌਜੀ ਆਪਣੀ ਪਤਨੀ ਨੂੰ ਕੀ ਕਹਿੰਦਾ, ਉਹ ਵੀ ਜ਼ਰਾ ਧਿਆਨ ਨਾਲ ਸੁਣੋ ਅਤੇ ਪੜ੍ਹੋ, ਜੋ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕਵਿਤਾ ਉਸ ਵਿੱਚੋਂ ਹੀ ਹੈ। ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ 'ਤੇ ਪਈਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ, ਆਣ ਬਹਿ ਗਏ ਜੇ ਭੂੰਡ ਗੁਲਾਬ ਉੱਤੇ। ਤਾਂ ਬੱਚਿਓ, ਇੱਥੇ ਕਿਤੇ ਸਵਾਲ ਕਰਕੇ ਸਵਾਲੀਆ ਸ਼ੈਲੀ ਨਜ਼ਰ ਆਉਂਦੀ ਆ, ਕਿਤੇ ਸੰਬੋਧਨ ਕੀਤਾ ਹੋਇਆ ਸੰਬੋਧਨੀ ਸ਼ੈਲੀ ਹੈ। ਅੱਗੇ ਗੱਲ ਕਰਦੇ ਹਾਂ ਅਲੰਕਾਰ ਦੀ। ਅਲੰਕਾਰ ਦਾ ਮਤਲਬ ਹੈ ਸਜਾਵਟ ਵਾਲਾ, ਗਹਿਣੇ ਦੀ ਤਰ੍ਹਾਂ। ਜਿਵੇਂ ਗਹਿਣੇ ਸਾਡੇ ਜਿਸਮ ਨੂੰ ਸਜਾਉਂਦੇ ਨੇ, ਉਸੇ ਤਰ੍ਹਾਂ ਅਲੰਕਾਰ ਰਚਨਾ ਨੂੰ ਸਜਾ ਦਿੰਦੇ ਆ। ਕਈ ਤਰੀਕੇ ਹੁੰਦੇ ਨੇ ਕਵੀ ਕੋਲ, ਜਾਂ ਤਾਂ ਉਹ ਕੋਈ ਤੁਲਨਾ ਕਰ ਦਿੰਦਾ, ਕੋਈ ਸਮਾਨਤਾ ਦੱਸਦਾ, ਜਾਂ ਫਿਰ ਗੱਲ ਨੂੰ ਬੜਾ ਵਧਾ ਚੜ੍ਹਾ ਕੇ ਕਰਦਾ, ਜਾਂ ਫਿਰ ਕੋਈ ਸ਼ਬਦ ਜਾਂ ਆਵਾਜ਼ ਨੂੰ ਵਾਰ-ਵਾਰ ਦੁਹਰਾ ਦਿੰਦਾ। ਉਹਦੇ ਨਾਲ ਵੀ ਬਹੁਤ ਸੋਹਣਾ ਪ੍ਰਭਾਵ ਪੈਂਦਾ। ਉਦਾਹਰਨ ਦੇ ਤੌਰ 'ਤੇ ਇੱਕ ਤੁਸੀਂ ਦੇਖੋ ਪ੍ਰੋਫੈਸਰ ਮੋਹਨ ਸਿੰਘ ਨੇ ਕਿਵੇਂ ਤੁਲਨਾ ਕੀਤੀ ਹੈ, ਕਿਵੇਂ ਸਮਾਨਤਾ ਦਰਸਾਈ ਹੈ। ਸਰਗੀ ਵਰਗੇ ਮੂੰਹ ਦੇ ਬਾਝੋਂ ਕਿਹੜੇ ਕੰਮ ਸਵੇਰਾਂ ਨੇ। ਹੋਰ ਉਦਾਹਰਨ ਵੇਖੋ, ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ। ਸੋ ਭਾਰਤ ਨੂੰ ਇੱਕ ਮੁੰਦਰੀ ਜਾਂ ਛਾਪ ਕਿਹਾ ਅਤੇ ਉਹਦੇ ਵਿੱਚ ਨਗ ਦੀ ਤਰ੍ਹਾਂ ਜੜਿਆ ਹੋਇਆ ਸਾਡਾ ਪੰਜਾਬ। ਰਸ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ 'ਚੋਂ ਰਸ ਵੀ ਠਾਠਾਂ ਮਾਰਦੇ ਨੇ, ਸਾਡੇ ਅੰਦਰ ਰਸ ਜਗਾ ਦਿੰਦੇ ਆ। ਕੀ ਹੁੰਦੇ ਆ ਰਸ, ਪਹਿਲਾਂ ਇਹ ਜਾਣ ਲਈਏ। ਸਾਡੇ ਮਨ ਦੇ ਵਿੱਚ ਕੁਝ ਅਜਿਹੇ ਪੱਕੇ ਮਨੋਭਾਵ ਪਏ ਹੋਏ ਆ ਜਿਹੜੇ ਕਿ ਆਮ ਤੌਰ 'ਤੇ ਸ਼ਾਂਤ ਸੁੱਤੇ ਕਿਤੇ ਰਹਿੰਦੇ ਆ, ਪਰ ਜਦੋਂ ਕੋਈ ਅਜਿਹੀ ਘਟਨਾ ਵਾਪਰ ਜੇ ਜਾਂ ਕੋਈ ਵਰਣਨ ਵਰਤਾਰਾ ਹੋ ਜਾਵੇ ਜਿਹਦੇ ਕਰਕੇ
ਉਹਨਾਂ ਭਾਵਾਂ ਨੂੰ ਜਗਾਇਆ ਜਾਵੇ ਤਾਂ ਉਹ ਭਾਵ ਜਾਗ ਪੈਂਦੇ ਆ। ਉਦਾਹਰਨ ਵਜੋਂ ਕੋਈ ਚੁਟਕਲਾ ਸੁਣਦੇ ਹੋ ਤਾਂ ਹਾਸੇ ਦਾ ਭਾਵ ਇੱਕਦਮ ਬਾਹਰ ਆ ਜਾਂਦਾ ਤੇ ਤੁਸੀਂ ਹੱਸਣ ਲੱਗ ਜਾਂਦੇ ਹੋ। ਇਸੇ ਤਰ੍ਹਾਂ ਡਰ, ਬਦਲਾ, ਬਹਾਦਰੀ, ਉਤਸ਼ਾਹ, ਪਿਆਰ, ਕਿਸੇ ਤੇ ਤਰਸ, ਕੋਈ ਨਫ਼ਰਤ ਦਾ ਭਾਵ, ਇਹ ਸਾਰੇ ਭਾਵ ਨੇ ਜਿਹੜੇ ਕੁੱਲ 9 ਰਸ ਦੇ ਰੂਪ ਵਿੱਚ ਮਿਲਦੇ ਨੇ। ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਦੇ ਵਿੱਚੋਂ ਹੁਣ ਤੁਸੀਂ ਕਰੁਣਾ ਰਸ ਦੀ ਅਜਿਹੀ ਉਦਾਹਰਨ ਦੇਖੋ ਜਿਹੜੀ ਸਾਡੇ ਅੰਦਰ ਤਰਸ ਦੇ ਭਾਵ ਪੈਦਾ ਕਰਦੀ ਹੈ। ਇੱਕ ਅੰਨੀ ਕੁੜੀ ਬਾਰੇ ਉਹਨਾਂ ਨੇ ਕਵਿਤਾ ਲਿਖੀ ਤੇ ਉਸ ਵਿੱਚ ਲਿਖਿਆ, ਰੱਬਾ ਤੈਨੂੰ ਤਰਸ ਨਾ ਆਇਆ, ਇਹ ਕੀ ਏ ਤੂੰ ਨੇਰ ਮਚਾਇਆ, ਰਚ ਕੇ ਐਸਾ ਸੋਹਣਾ ਮੰਦਰ, ਇੱਕ ਦੀਵਾ ਵੀ ਨਹੀਂ ਜਗਾਇਆ। ਛੇਤੀ ਕੱਢ ਕੇ ਮੇਰੇ ਆਨੇ, ਕਰ ਆਬਾਦ ਉਹਦੇ ਅਖਵਾਨੇ, ਬੇਸ਼ੱਕ ਮੇਰੀ ਰਹੇ ਅਧੂਰੀ, ਇੱਕ ਤਸਵੀਰ ਤਾਂ ਹੋਵੇ ਪੂਰੀ। ਇੱਕ ਹੋਰ ਨਮੂਨਾ ਦੇਖੋ, ਤੁਸੀਂ 9ਵੀਂ ਜਮਾਤ 'ਚ ਵੀ ਪੜ੍ਹੀ ਹੋਣੀ ਹੈ ਕਵਿਤਾ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ। ਉਹ ਸਾਰੀ ਕਵਿਤਾ 'ਚ ਕਰੁਣਾ ਰਸ ਛਾਇਆ ਪਿਆ। ਬਿੰਬ ਕੀ ਹੁੰਦੇ ਆ ਬੱਚਿਓ? ਸਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਨੂੰ ਜੋ ਅਨੁਭਵ ਪ੍ਰਾਪਤ ਹੁੰਦਾ ਉਸ ਨੂੰ ਅਸੀਂ ਬਿੰਬ ਕਹਿ ਦਿੰਦੇ ਹਾਂ ਕਿ ਕੋਈ ਰਚਨਾ 'ਚ ਅਜਿਹੇ ਬਿੰਬ ਕੰਮ ਕਰਦੇ ਹੋਣਗੇ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੂੰ ਕੋਈ ਅਹਿਸਾਸ ਦਿਵਾ ਦਿੰਦੇ ਆ। ਸੋ ਹੁਣ ਸਵਾਲ ਪਹਿਲਾਂ ਇਹ ਆ ਜਿਹੜਾ ਮੈਂ ਤੁਹਾਤੋਂ ਪੁੱਛਣਾ ਕਿ ਸਾਡੀਆਂ ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ ਨੇ ਤੇ ਕੁੱਲ ਕਿੰਨੀਆਂ ਨੇ? ਜੀ ਬਿਲਕੁਲ ਠੀਕ, 5 ਗਿਆਨ ਇੰਦਰੀਆਂ। ਤੇ ਹੁਣ ਉਹਨਾਂ ਦੇ ਨਾਂ ਵੀ ਯਾਦ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਤੋਂ ਸਾਨੂੰ ਆਲੇ ਦੁਆਲੇ ਬਾਰੇ ਕੁਝ ਪਤਾ ਲੱਗਦਾ, ਮਹਿਸੂਸ ਜਾਂ ਅਹਿਸਾਸ ਹੁੰਦਾ। ਉਹਦੀ ਜੁੱਤੀ ਚੀਕੇ ਨਹੀਂ, ਮੇਰੀ ਝਾਂਜਰ ਛਣਕੇ ਨਹੀਂ। ਸੋ ਇੱਥੇ ਕੰਨਾਂ ਨੂੰ ਆਵਾਜ਼ ਆਈ, ਨਾਦ ਬਿੰਬ ਹੈ। ਜੇ ਜੀਭ ਨੂੰ ਕੋਈ ਅਹਿਸਾਸ ਹੋਵੇ ਤਾਂ ਸਵਾਦ ਬਿੰਬ ਹੁੰਦਾ ਹੈ, ਨੱਕ ਨੂੰ ਗੰਧ ਬਿੰਬ, ਚਮੜੀ ਲਈ ਸਪਰਸ਼ ਬਿੰਬ ਤੇ ਅੱਖਾਂ ਲਈ ਦ੍ਰਿਸ਼ ਬਿੰਬ ਹੁੰਦਾ ਹੈ। ਅੱਗੇ ਦ੍ਰਿਸ਼ ਬਿੰਬ ਦੀ ਉਦਾਹਰਨ ਵੇਖੋ। ਸ਼ਾਮ ਦਾ, ਆਥਣ ਦਾ, ਰਾਤ ਦਾ ਵੇਲਾ ਕਿਸ ਤਰ੍ਹਾਂ ਪੇਸ਼ ਕੀਤਾ, ਸਾਡੀਆਂ ਅੱਖਾਂ ਸਾਹਮਣੇ ਤਸਵੀਰ ਲੈ ਆਉਂਦੀ ਹੈ। ਡੂੰਗੀ ਆਥਣ ਹੋ ਗਈ ਮਾਈਆ, ਲੱਥੀ ਸੰਝ ਚੁਫੇਰਵੇ, ਅੱਧ ਅਸਮਾਨੀ ਚੰਨ ਦਾ ਡੋਲਾ, ਤਾਰਿਆਂ ਭਰੀ ਚੰਗੇਰ ਵੇ, ਪੂਰਬ ਗੁਜਰੀ ਰਿੜਕਣ ਬੈਠੀ, ਛਿੱਟਾਂ ਉੱਡੀਆਂ ਢੇਰ ਵੇ, ਪੱਛਮ ਦੇ ਵਿੱਚ ਸੂਹੀ ਲਾਂਗੜ, ਸੂਰਜ ਦਿੱਤੀ ਖਲੇਰ ਵੇ, ਇਤਨੀ ਵੀ ਕੀ ਦੇਰੀ ਮਾਈਆ, ਇਤਨੀ ਵੀ ਕੀ ਦੇਰ ਵੇ। ਆਖਿਰ 'ਚ ਗੱਲ ਕਰਦੇ ਹਾਂ ਪ੍ਰਤੀਕ ਦੀ। ਪ੍ਰਤੀਕ ਤੋਂ ਭਾਵ ਹੈ ਕੋਈ ਲੁਕਵਾਂ ਇਸ਼ਾਰਾ। ਜਦੋਂ ਕੋਈ ਸ਼ਬਦ ਸਿੱਧਾ ਸਾਦਾ ਅਰਥ ਪੇਸ਼ ਕਰਨ ਦੀ ਬਜਾਏ ਕਿਸੇ ਹੋਰ ਡੂੰਘੇ ਅਰਥ ਵੱਲ ਸੰਕੇਤ ਜਾਂ ਇਸ਼ਾਰਾ ਕਰੇ, ਜਿਵੇਂ ਘੁੱਗੀ, ਕਬੂਤਰ ਅਮਨ ਦਾ ਪ੍ਰਤੀਕ ਹਨ, ਚਿੜੀਆਂ ਕੁੜੀਆਂ ਦਾ ਪ੍ਰਤੀਕ ਹਨ। ਇਸੇ ਤਰ੍ਹਾਂ ਹੁਣ ਵੇਖੋ, ਚਿੜੀਆਂ ਨੇ ਕੀਤਾ ਬਾਜ ਨੂੰ ਬੇਬਸ ਤੇ ਲਾਚਾਰ, ਨਕਸ਼ਾ ਬਣਾਇਆ ਪੈਦਲਾਂ ਅੱਜ ਸ਼ਾਹ ਮਾਤ ਦਾ। ਕਿ ਚਿੜੀਆਂ ਵੀ ਬਾਜ ਨੂੰ ਘੇਰ ਲੈਣਗੀਆਂ, ਬੇਬਸ ਕਰ ਦੇਣਗੀਆਂ, ਭਾਵ ਕਿ ਕਿਰਤੀ ਲੋਕ ਵੀ ਆਪਣੇ ਹੱਕਾਂ ਲਈ ਜਾਗਣਗੇ ਤੇ ਲੁੱਟੇ ਨਹੀਂ ਜਾਣਗੇ। ਹੋਰ ਉਦਾਹਰਨ ਵੇਖੋ, ਫੁੱਲ ਹਿੱਕ ਵਿੱਚ ਜੰਮੀ ਪਲੀ ਖੁਸ਼ਬੂ ਜਾ ਉੱਡ ਗਈ, ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ। ਉਹਨਾਂ ਦੇ ਚਰਨਾਂ 'ਚ ਬੈਠ ਕੇ ਬਹੁਤ ਸੰਗਤ ਮਾਣੀ ਉਹਨਾਂ ਦੀ, ਔਰ ਜਿਸ ਵਜ੍ਹਾ 'ਚ ਆ ਕੇ ਉਹ ਜਿਸ ਸਾਦਗੀ ਨਾਲ ਉਹ ਆਪਣੇ ਨਿੱਕਿਆਂ ਨੂੰ ਪਿਆਰ ਕਰਦੇ ਸੀ, ਹਾਣੀਆਂ ਦਾ ਸਤਿਕਾਰ ਕਰਦੇ ਸੀ, ਵੱਡਿਆਂ ਦਾ ਆਦਰ ਮਾਣ ਕਰਦੇ ਸੀ, ਉਹ ਆਪਣੇ ਆਪ 'ਚ ਬੜੀ ਇੱਕ ਕਮਾਲ ਦੀ ਉਹਨਾਂ ਦੀ ਇੱਕ ਸੋਚ ਧਾਰਾ ਸੀ। ਅਸੀਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਬਹੁਤ ਲੰਮਾ ਸਮਾਂ ਵੀ ਬੈਠੇ ਹਾਂ, ਥੋੜ੍ਹਾ ਵੀ ਬੈਠੇ ਹਾਂ। ਉਹਨਾਂ ਨੂੰ ਆਪਣੇ ਕਾਲਜ ਜੀ ਖਾਲਸਾ ਕਾਲਜ ਬੁਲਾ ਕੇ ਵੀ ਸੁਣਿਆ, ਉਹਨਾਂ ਦੇ ਨਿੱਕੇ ਨਿੱਕੇ ਮੁਹੱਬਤੀ ਕਿੱਸੇ ਵੀ ਸੁਣੇ ਨੇ। ਪਰ ਮੈਨੂੰ ਲੱਗਦਾ ਕਿ ਪ੍ਰੋਫੈਸਰ ਮੋਹਨ ਸਿੰਘ ਹੋਰੀ ਜਿਹੜੇ ਨੇ ਉਹ ਇੱਕ ਟਰਾਂਸਪੇਰੈਂਟ ਇਨਸਾਨ ਸਨ। ਬੁਨਿਆਦੀ ਤੌਰ ਦੇ ਉੱਤੇ ਉਹ ਫਾਰਸੀ ਦੇ ਗਿਆਤਾ ਸਨ, ਫਾਰਸੀ ਦੇ ਅਧਿਆਪਕ ਸਨ। ਪਰ ਜਿਸ ਦਿਨ ਉਹਨਾਂ ਦੇ ਮਨ ਚਿੱਤ 'ਚ ਇਹ ਆ ਗਿਆ ਕਿ ਮੈਂ ਪੰਜਾਬੀ ਜ਼ੁਬਾਨ ਦੀ ਸੇਵਾ ਕਰਨੀ ਹੈ, ਤਾਂ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ 'ਚੋਂ ਅਸਤੀਫਾ ਦੇ ਕੇ ਜਾਂਦੇ ਨੇ ਬਤੌਰ ਫਾਰਸੀ ਦੇ ਅਧਿਆਪਕ, ਤੇ ਅਸਤੀਫੇ 'ਚ ਪਤਾ ਕੀ ਲਿਖਦੇ ਨੇ? ਕਹਿੰਦੇ ਨੇ ਕਿ ਮੈਂ ਇਹ ਰੁਜ਼ਗਾਰ ਹੁਣ ਹੋਰ ਨਹੀਂ ਕਰ ਸਕਾਂਗਾ, ਤੁਸੀਂ ਮੈਨੂੰ ਫਾਰਗ ਕਰੋ ਤਾਂ ਕਿ ਮੈਂ ਲਾਹੌਰ ਜਾ ਕੇ ਪੰਜਾਬੀ ਵਿੱਚ ਇੱਕ ਜਿਹੜਾ ਨਵਾਂ ਮੈਗਜ਼ੀਨ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਕੱਢਣ ਦਾ ਸੁਪਨਾ ਲਿਆ, ਉਹ ਸੁਪਨਾ ਪੂਰਾ ਕਰ ਸਕਾਂ। ਮੈਨੂੰ ਅੱਜ ਤੱਕ ਕੋਈ ਬੰਦਾ ਲੱਭਿਆ ਨਹੀਂ ਐਸਾ ਜਿਹੜਾ ਆਪਣੇ ਰੁਜ਼ਗਾਰ ਨੂੰ ਲੱਤ ਮਾਰ ਕੇ ਆਖੇ ਕਿ ਮੈਂ ਪੰਜਾਬੀ ਮਾਂ ਦੀ ਸੇਵਾ ਵਾਸਤੇ ਇੱਕ ਮੈਗਜ਼ੀਨ ਸ਼ੁਰੂ ਕਰਨਾ, ਇਸ ਵਾਸਤੇ ਮੈਨੂੰ ਤੁਸੀਂ ਮੇਰਾ ਅਸਤੀਫਾ ਪ੍ਰਵਾਨ ਕਰੋ। ਪ੍ਰੋਫੈਸਰ ਮੋਹਨ ਸਿੰਘ ਬਾਰੇ
ਤੁਸੀਂ ਵੀ ਉਹਨਾਂ ਦੀਆਂ ਰਚਨਾਵਾਂ ਜਿੱਥੋਂ ਕਿਤੋਂ ਮਿਲਦੀਆਂ ਨੇ ਉਹ ਲੱਭ ਕੇ ਇਕੱਠੀਆਂ ਕਰੋ। ਤੇ ਹੋਰ ਵੀ ਚੰਗੇਰਾ ਹੈ ਜੇ ਆਪ ਵੀ ਸਾਹਿਤ ਲਿਖਣ ਦੀ ਥੋੜ੍ਹੀ ਕੋਸ਼ਿਸ਼ ਚੇਸ਼ਟਾ ਜ਼ਰੂਰ ਕਰਦੇ ਜਾਓ। ਬਹੁਤ ਬਹੁਤ ਧੰਨਵਾਦ। ਫਿਰ ਮਿਲਦੇ ਹਾਂ।